ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਪੰਜਾਬ ਜੀਕੇ ਦੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਆਪਣੀ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੂਰੇ ਡਿਟੇਲ ਦੇ ਵਿੱਚ ਕਵਰ ਕਰਾਂਗੇ। ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ। ਇੱਕ ਵੀ ਫੈਕਟ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੀਆਂ ਪੰਜਾਬ ਜੀਕੇ ਦੀਆਂ ਗੁਰੂ ਪੀਰੀਅਡ ਦੇ ਵਿੱਚੋਂ 9 ਵੀਡੀਓ ਆਲਰੇਡੀ ਅਪਲੋਡ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਪਹਿਲੇ 9 ਗੁਰੂ ਸਾਹਿਬਾਨ ਬਾਰੇ ਪੂਰੀ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪੋਲਿਟੀ, ਮੀਡੀਵਲ ਹਿਸਟਰੀ, ਮਾਡਰਨ ਹਿਸਟਰੀ, ਜੋਗਰਾਫੀ, ਪੰਜਾਬ ਜੀਕੇ ਅਤੇ CDP ਇਹਨਾਂ ਦੀਆਂ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ, ਜਾ ਕੇ ਦੇਖ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਆਪਣੀ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੂਰੇ ਡਿਟੇਲ ਦੇ ਵਿੱਚ ਇੱਕ ਇੱਕ ਫੈਕਟ ਕਲੀਅਰ ਕਰਾਂਗੇ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਾਰਟ 1 ਪੜ੍ਹਾਂਗੇ। ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਵਰਕ ਹੈ ਇਹਨਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ, ਠੀਕ ਹੈ ਜੀ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਿੰਨਾ ਵੀ ਪੜ੍ਹਿਆ ਜਾਵੇ ਉਨਾ ਹੀ ਘੱਟ ਹੈ, ਕਿਉਂਕਿ ਇਹਨਾਂ ਨੇ ਬਹੁਤ ਕੁਝ ਲਿਖਿਆ ਅਤੇ ਇਹ ਕਲਮ ਦੇ ਧਨੀ ਸੀ। ਹਰ ਇੱਕ ਲੈਂਗੁਏਜ 'ਤੇ ਇਹਨਾਂ ਦੀ ਬਹੁਤ ਪਕੜ ਸੀ, ਠੀਕ ਹੈ ਜੀ। ਲੜਾਈਆਂ ਵੀ ਇਹਨਾਂ ਨੇ ਬਹੁਤ ਲੜੀਆਂ ਅਤੇ ਆਪਣਾ ਸਰਬੰਸ ਵੀ ਇਹਨਾਂ ਨੇ ਵਾਰਿਆ, ਆਪਣਾ ਸਾਰਾ ਪਰਿਵਾਰ ਆਪਣੇ ਲਈ ਇਹਨਾਂ ਨੇ ਵਾਰਿਆ, ਠੀਕ ਹੈ ਜੀ। ਤਾਂ ਕਰਕੇ ਇਹਨਾਂ ਦਾ ਵਰਕ ਹੈ ਜਿਹੜਾ ਉਹ ਇੱਕ ਕਲਾਸ ਦੇ ਵਿੱਚ ਕਰਨਾ ਬਹੁਤ ਇੰਪੋਸੀਬਲ ਹੈ। ਤਾਂ ਇਹਦੀਆਂ ਆਪਾਂ 2 ਕਲਾਸਾਂ ਲੈ ਕੇ ਆਵਾਂਗੇ। ਪਹਿਲੀ ਕਲਾਸ ਆਪਾਂ ਅੱਜ ਕਰ ਰਹੇ ਹਾਂ ਅਤੇ ਅਗਲੀ ਕਲਾਸ ਆਪਾਂ ਮੰਡੇ ਨੂੰ ਲੈ ਕੇ ਆਵਾਂਗੇ, ਠੀਕ ਹੈ ਜੀ। ਤਾਂ ਜੁੜੇ ਰਹੋ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ। ਤਾਂ ਸਲਾਈਡਸ ਦੇ ਵਿੱਚ ਤੁਹਾਨੂੰ ਪਤਾ ਕਿ ਆਪਾਂ ਹਰ ਇੱਕ ਟੌਪਿਕ ਦਾ ਓਵਰਵਿਊ ਲੈਂਦੇ ਹਾਂ ਅਤੇ ਐਂਡ ਦੇ ਉੱਤੇ ਆਪਾਂ MCQ ਜ਼ਰੂਰ ਕਵਰ ਕਰਦੇ ਹਾਂ। ਤਾਂ MCQ ਜ਼ਰੂਰ ਕਵਰ ਕਰਿਓ, ਤੁਹਾਨੂੰ ਬਹੁਤ ਫਾਇਦਾ ਦੇਣਗੇ ਅਤੇ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ, ਠੀਕ ਹੈ ਜੀ। ਤਾਂ ਪਹਿਲਾ ਜਿਹੜਾ ਪੁਆਇੰਟ ਹੈ ਉਹ ਇਹਨਾਂ ਦੇ ਬਰਥ ਬਾਰੇ, ਠੀਕ ਹੈ ਜੀ। ਇਹਨਾਂ ਦੇ ਜਨਮ ਬਾਰੇ ਤੁਹਾਨੂੰ ਪੁੱਛਿਆ ਜਾਊਗਾ। ਇਹਨਾਂ ਦਾ ਜਨਮ ਹੋਇਆ ਸੀ 22 ਦਸੰਬਰ 1666। ਕਿੱਥੇ ਹੋਇਆ ਸੀ? ਪਟਨਾ ਸਾਹਿਬ, ਬਿਹਾਰ ਵਿਖੇ, ਜਿਹੜਾ ਕਿ ਆਪਣਾ 5 ਤਖਤਾਂ ਦੇ ਵਿੱਚੋਂ ਇੱਕ ਤਖਤ ਹੈ, ਠੀਕ ਹੈ ਜੀ। ਇੱਕ ਤੁਹਾਨੂੰ ਮੈਂ ਹੋਰ ਵੀ ਇਹਦੇ ਨਾਲ ਰਿਲੇਟਡ ਇੱਕ ਗੱਲ ਦੱਸਾਂ ਕਿ 5 ਤਖਤਾਂ ਦੇ ਵਿੱਚੋਂ 4 ਤਖਤ ਆਪਣੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਨੇ, ਠੀਕ ਹੈ ਜੀ। 4 ਤਖਤ ਨੇ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਨੇ। ਉਹ ਕਿਵੇਂ? ਸਭ ਤੋਂ ਪਹਿਲਾਂ ਤਾਂ ਤਖਤ ਸ਼੍ਰੀ ਦਮਦਮਾ ਸਾਹਿਬ, ਜਿਹੜਾ ਕਿ ਤਲਵੰਡੀ ਸਾਬੋ ਹੈ, ਉਹ ਵੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਹੈ, ਜਿੱਥੇ ਕਿ ਉਹ ਲਿਟਰੇਰੀ ਵਰਕ ਕਰਿਆ ਕਰਦੇ ਸੀ, ਠੀਕ ਹੈ ਜੀ। ਆਪਣਾ ਲਿਟਰੇਚਰ ਜੋ ਵੀ ਆਪਣਾ ਉਹ ਲਿਖਦੇ ਸੀ, ਰਚਨਾਵਾਂ ਉਹ ਲਿਖਦੇ ਸੀ, ਠੀਕ ਹੈ ਜੀ। ਦਮਦਮਾ ਸਾਹਿਬ। ਦੂਸਰਾ ਹੈਗਾ ਤਖਤ ਸ਼੍ਰੀ ਹਜ਼ੂਰ ਸਾਹਿਬ, ਨੰਦੇੜ। ਤੀਸਰਾ ਹੈਗਾ ਆਪਣਾ ਤਖਤ ਸ਼੍ਰੀ ਪਟਨਾ ਸਾਹਿਬ, ਬਿਹਾਰ। ਅਤੇ ਚੌਥਾ ਹੈਗਾ ਆਪਣਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਜਿੱਥੇ ਆਪਣੇ ਖਾਲਸਾ ਦੀ ਸਾਜਨਾ ਕੀਤੀ। ਤਾਂ ਇਹ 4 ਤਖਤ ਨੇ ਜਿਹੜੇ ਉਹ ਆਪਣੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਨੇ, ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਅਤੇ 5ਵਾਂ ਤਖਤ ਹੈ ਜਿਹੜਾ ਆਪਣਾ, ਵੈਸੇ ਉਹ ਸਭ ਤੋਂ ਪਹਿਲਾ ਤਖਤ ਹੈ, ਸਭ ਤੋਂ ਪੁਰਾਣਾ ਤਖਤ ਹੈ, ਸ਼੍ਰੀ ਅਕਾਲ ਤਖਤ ਸਾਹਿਬ, ਜਿਹੜਾ ਕਿ ਆਪਣੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਨਾਲ ਸੰਬੰਧਿਤ ਹੈ, ਠੀਕ ਹੈ ਜੀ। ਤਾਂ ਇਹ 5 ਤਖਤ ਵੀ ਤੁਸੀਂ ਯਾਦ ਰੱਖਣੇ, ਇਹਨਾਂ ਬਾਰੇ ਆਪਾਂ ਅੱਗੇ ਵੀ ਫਰਦਰ ਡਿਟੇਲ ਦੇ ਵਿੱਚ ਪੜ੍ਹਾਂਗੇ। ਤਾਂ ਇਹਨਾਂ ਦਾ ਜਨਮ ਹੋਇਆ ਸੀ 22 ਦਸੰਬਰ 1666, ਪਟਨਾ ਸਾਹਿਬ, ਬਿਹਾਰ ਵਿਖੇ। ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਪੁਆਇੰਟ ਹੈ ਉਹ ਇਹਨਾਂ ਦੇ ਮਾਤਾ ਪਿਤਾ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਮਾਤਾ ਦਾ ਨਾਮ ਸੀ ਮਾਤਾ ਗੁਜਰੀ ਜੀ ਅਤੇ ਪਿਤਾ ਦਾ ਨਾਮ ਸੀ ਗੁਰੂ ਤੇਗ ਬਹਾਦਰ ਜੀ, ਠੀਕ ਹੈ ਜੀ। ਅਗਲਾ ਜਿਹੜਾ ਇਹਨਾਂ ਦਾ ਪੁਆਇੰਟ ਹੈ ਉਹ ਹੈ ਸਪਾਊਸ, ਇਹਨਾਂ ਦੇ ਧਰਮ ਪਤਨੀ। ਆਪਾਂ ਰਿਸਪੈਕਟ ਦੇ ਵਜੋਂ ਇਹਨਾਂ ਨੂੰ ਮਹਿਲ ਕਹਾਂਗੇ। ਤਾਂ ਇਹਨਾਂ ਦੇ 3 ਮਹਿਲ ਸਨ, ਬੀਬੀ ਜੀਤੋ ਜੀ, ਬੀਬੀ ਸੁੰਦਰੀ ਜੀ ਅਤੇ ਬੀਬੀ ਸਾਹਿਬ ਕੌਰ ਜੀ, ਠੀਕ ਹੈ ਜੀ। ਤਾਂ ਜਿਹੜੇ ਆਪਣੇ 4 ਸਾਹਿਬਜ਼ਾਦੇ ਸੀ ਉਹ ਕਿਹਨਾਂ ਦੇ ਪੁੱਤਰ ਸੀ? ਉਹ ਬੀਬੀ ਜੀਤੋ ਜੀ ਦੇ ਪੁੱਤਰ ਸੀ, ਠੀਕ ਹੈ ਜੀ। ਤੁਸੀਂ ਯਾਦ ਰੱਖਣਾ, ਇਹ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ। ਬਾਏ ਚਾਂਸ ਕਈ ਵਾਰੀ ਕੁਐਸਚਨ ਦੇ ਵਿੱਚ ਬੀਬੀ ਜੀਤੋ ਜੀ ਆਪਸ਼ਨ ਦੇ ਵਿੱਚ ਆਪਾਂ ਨੂੰ ਨਹੀਂ ਦਿੰਦੇ ਅਤੇ ਬੀਬੀ ਸੁੰਦਰੀ ਜੀ ਹੁੰਦਾ, ਤਾਂ ਉੱਥੇ ਤੁਸੀਂ ਬੀਬੀ ਸੁੰਦਰੀ ਜੀ ਟਿਕ ਲਾਉਣਾ। ਤਾਂ ਇਹ ਵੀ ਕਿਹਾ ਜਾਂਦਾ ਕਿ ਬੀਬੀ ਜੀਤੋ ਜੀ ਨੂੰ ਵੀ ਬੀਬੀ ਸੁੰਦਰੀ ਜੀ ਕਿਹਾ ਜਾਂਦਾ ਸੀ, ਠੀਕ ਹੈ ਜੀ। ਤਾਂ ਇਹ ਇਤਿਹਾਸਕਾਰਾਂ ਦੇ ਵਿੱਚ ਮਤਭੇਦ ਹੈ। ਤਾਂ ਬਟ ਇਹਦਾ ਜਿਹੜਾ ਐਗਜ਼ੈਕਟ ਆਨਸਰ ਹੈ ਉਹ ਬੀਬੀ ਜੀਤੋ ਜੀ ਹੈ, ਠੀਕ ਹੈ ਜੀ। ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਇਸ਼ੂਜ਼। ਇਹਨਾਂ ਦੇ 4 ਸਾਹਿਬਜ਼ਾਦੇ, ਠੀਕ ਹੈ ਜੀ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ। ਤਾਂ ਇਹ ਸੀਗੇ ਇਹਨਾਂ ਦੇ ਵੱਡੇ ਸਾਹਿਬਜ਼ਾਦੇ, ਅਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਇਹਨਾਂ ਦੇ ਛੋਟੇ ਸਾਹਿਬਜ਼ਾਦੇ ਸੀ। ਵੱਡੇ ਸਾਹਿਬਜ਼ਾਦੇ ਇਹਨਾਂ ਦੇ ਚਮਕੌਰ ਦੀ ਲੜਾਈ ਦੇ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਸੀ, ਠੀਕ ਹੈ ਜੀ। ਅਤੇ ਛੋਟੇ ਸਾਹਿਬਜ਼ਾਦੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਲਾਸਾਨੀ ਸ਼ਹੀਦੀ ਹੈ, ਠੀਕ ਹੈ ਜੀ। ਇਹਨਾਂ ਨੂੰ ਜਿਉਂਦੇ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਸੀ ਸਰਹੰਦ ਵਿਖੇ ਵਜ਼ੀਰ ਖਾਨ ਨੇ, ਠੀਕ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਇਹ ਸਾਰੇ ਜਿਹੜੇ ਪੁਆਇੰਟ ਨੇ ਉਹ ਬਹੁਤ ਇੰਪੋਰਟੈਂਟ ਨੇ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣਾ ਸਾਰਾ ਜਿਹੜਾ ਸਰਬੰਸ ਹੈ ਉਹ ਵਾਰ ਦਿੱਤਾ ਸੀ, ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ ਆਪਣੇ ਲਈ। ਖੁਦ ਨੂੰ ਵੀ ਉਹਨਾਂ ਨੇ ਵਾਰ ਦਿੱਤਾ ਸੀ, ਆਪਣੇ ਪਿਤਾ ਜੀ ਨੂੰ ਵਾਰ ਦਿੱਤਾ ਸੀ, ਮਾਤਾ ਜੀ ਨੂੰ, ਅਤੇ ਆਪਣੇ 4 ਪੁੱਤਰ ਅਤੇ ਖੁਦ ਨੂੰ, ਠੀਕ ਹੈ ਜੀ। ਸਾਰਾ ਪਰਿਵਾਰ ਉਹਨਾਂ ਨੇ ਆਪਣੇ ਲਈ ਕੁਰਬਾਨ ਕਰ ਦਿੱਤਾ ਸੀ, ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਕਰਕੇ ਇਹਨਾਂ ਨੂੰ ਸਰਬੰਸਦਾਨੀ ਦਾ ਦਰਜਾ ਦਿੱਤਾ ਜਾਂਦਾ ਹੈ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਕਿ ਇਹ ਜੋਤੀ ਜੋਤ ਕਦੋਂ ਸਮਾਈ ਸੀ? ਤਾਂ 7 ਅਕਤੂਬਰ 1708 ਈਸਵੀ ਨੂੰ ਹਜ਼ੂਰ ਸਾਹਿਬ, ਨੰਦੇੜ, ਮਹਾਰਾਸ਼ਟਰ ਵਿਖੇ, ਠੀਕ ਹੈ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ। ਅਤੇ ਇੱਥੇ 2 ਪਠਾਨ ਆਏ ਸੀ ਜਿਨ੍ਹਾਂ ਨੇ ਇਹਨਾਂ ਦੇ ਧੋਖੇ ਨਾਲ ਪੇਟ ਦੇ ਵਿੱਚ ਛੁਰਾ ਜਿਹੜਾ ਉਹ ਘੁੰਪਤਾ ਸੀ, ਠੀਕ ਹੈ ਜੀ। ਤਾਂ ਕਰਕੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਸੀ।
ਤਾਂ 1708 ਈਸਵੀ ਦੇ ਵਿੱਚ। ਤਾਂ ਜਿਹੜਾ ਇਹ ਨੰਦੇੜ ਹੈ ਹਜ਼ੂਰ ਸਾਹਿਬ ਹੈ, ਇਹ ਵੀ ਆਪਣਾ ਇੱਕ ਤਖਤ ਹੈ, ਠੀਕ ਹੈ ਜੀ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ 4 ਸਾਹਿਬਜ਼ਾਦਾ ਮਦਰ ਨੇਮ, ਠੀਕ ਹੈ। 4 ਸਾਹਿਬਜ਼ਾਦਿਆਂ ਦੀ ਮਾਤਾ ਦਾ ਨਾਮ ਕੀ ਸੀ? ਤਾਂ ਮਾਤਾ ਜੀਤੋ ਜੀ। ਇਹ ਪੁਆਇੰਟ ਤੁਸੀਂ ਨੋਟ ਕਰ ਲਿਓ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਪੁਆਇੰਟ ਹੈ ਉਹ ਕੰਟੈਂਪਰੇਰੀ ਰੂਲਰ, ਸਮਕਾਲੀ ਸ਼ਾਸਕ ਕੌਣ ਸੀ? ਤਾਂ ਔਰੰਗਜ਼ੇਬ ਤੇ ਬਹਾਦਰ ਸ਼ਾਹ, ਠੀਕ ਹੈ ਜੀ। ਇਹ 2 ਰਾਜਿਆਂ ਦਾ ਇਹਨਾਂ ਨੇ ਰਾਜਕਾਲ ਦੇਖਿਆ। ਤਾਂ ਔਰੰਗਜ਼ੇਬ ਦੀ ਮੌਤ ਕਦੋਂ ਹੋ ਗਈ ਸੀ? 1707 ਈਸਵੀ ਦੇ ਵਿੱਚ। ਤੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਦੋਂ ਸਮਾਏ ਸੀ? 1708 ਈਸਵੀ ਦੇ ਵਿੱਚ। ਤਾਂ ਇਹ ਔਰੰਗਜ਼ੇਬ ਦੀ ਮੌਤ ਦੇਖ ਕੇ ਗਏ ਸੀ। ਤੇ ਜ਼ਫਰਨਾਮਾ ਇਹਨਾਂ ਨੇ ਲਿਖਿਆ ਸੀ, ਠੀਕ ਹੈ ਜੀ, ਫਾਰਸੀ ਭਾਸ਼ਾ ਦੇ ਵਿੱਚ ਔਰੰਗਜ਼ੇਬ ਨੂੰ। ਤਾਂ ਜਿਹਦੇ ਵਿੱਚ ਕਿ ਇੰਨੇ ਕੁ ਮਤਲਬ ਉਹਨਾਂ ਨੇ ਵਰਡ ਇਹੋ ਜਿਹੇ ਉਹਨਾਂ ਨੇ ਯੂਜ਼ ਕੀਤੇ ਸੀ ਕਿ ਔਰੰਗਜ਼ੇਬ ਨੂੰ ਅੰਦਰੋਂ ਹਿਲਾ ਕੇ ਰੱਖਤਾ ਸੀ, ਠੀਕ ਹੈ ਜੀ। ਇਸ ਤੋਂ ਬਾਅਦ ਇਹਦੀ ਮੌਤ ਹੋ ਗਈ ਸੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਔਰੰਗਜ਼ੇਬ ਤੇ ਬਹਾਦਰ ਸ਼ਾਹ ਸੈਕੰਡ ਵੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਬਹਾਦਰ ਸ਼ਾਹ ਜ਼ਫਰ ਵੀ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਉਹ ਇਹਨਾਂ ਦੇ ਸਮਕਾਲੀ ਸੀ। ਮਸੰਦ ਸਿਸਟਮ ਦਾ ਇਹਨਾਂ ਨੇ ਖਾਤਮਾ ਕੀਤਾ। ਤਾਂ ਸਟਾਰਟ ਕਿਹਨੇ ਕੀਤਾ ਸੀ? ਗੁਰੂ ਰਾਮਦਾਸ ਜੀ ਨੇ, ਠੀਕ ਹੈ ਜੀ। ਤਾਂ ਖਾਤਮਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਮਸੰਦ ਪ੍ਰਥਾ ਦਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਗਲਾ ਜਿਹੜਾ ਇਹਨਾਂ ਦਾ ਮੋਸਟ ਇੰਪੋਰਟੈਂਟ ਵਰਕ ਹੈ ਖਾਲਸਾ ਪੰਥ ਦੀ ਸਾਜਨਾ, ਠੀਕ ਹੈ ਜੀ। ਖਾਲਸਾ ਪੰਥ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਕਦੋਂ ਕੀਤੀ ਸੀ? 30 ਮਾਰਚ 1699 ਅਨੰਦਪੁਰ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ, ਠੀਕ ਹੈ ਜੀ। ਤਾਂ ਤੁਸੀਂ ਮਤਲਬ ਇੱਥੇ ਬੱਚੇ ਕਹਿੰਦੇ ਨੇ ਕਿ ਵਿਸਾਖੀ ਦਾ ਮਤਲਬ ਆਪਾਂ 14 ਅਪ੍ਰੈਲ ਨੂੰ ਮਨਾਉਂਦੇ ਹਾਂ, ਬਟ 30 ਮਾਰਚ ਇਹ ਐਗਜ਼ੈਕਟ ਹੈ, ਠੀਕ ਹੈ ਜੀ। ਕਿਉਂਕਿ ਖਾਲਸਾਈ ਜਿਹੜਾ ਖਾਲਸਾ ਦਾ ਕੈਲੰਡਰ ਹੈ ਉਹਦੇ ਅਕੋਰਡਿੰਗ ਆਪਾਂ ਕਹਿ ਰਹੇ ਹਾਂ, ਠੀਕ ਹੈ ਜੀ। ਤਾਂ ਵਿਸਾਖੀ ਵਾਲੇ ਦਿਨ ਇਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖਾਲਸੇ ਨੂੰ ਇੱਕ ਨਵਾਂ ਰੂਪ ਦਿੱਤਾ ਸੀ, ਇੱਕ ਨਵੀਂ ਯੂਨੀਫਾਰਮ, ਇੱਕ ਨਵੀਂ ਦਿੱਖ ਦਿੱਤੀ ਸੀ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਜਿਹੜੇ 5 ਕਕਾਰ ਨੇ ਇਹ ਵੀ ਤੁਹਾਡੇ ਯਾਦ ਹੋਣੇ ਚਾਹੀਦੇ ਨੇ। ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ। ਇਹ ਕਦੋਂ ਜ਼ਰੂਰੀ ਨੇ? ਜਦੋਂ ਤੁਸੀਂ ਅੰਮ੍ਰਿਤਪਾਨ ਕਰਨਾ ਹੈ, ਸਿੰਘ ਸਜਣਾ ਅਤੇ ਖਾਲਸਾ ਪੰਥ ਦੇ ਵਿੱਚ ਐਡ ਹੋਣਾ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਇਹ ਕੰਡੀਸ਼ਨਾਂ ਨੇ, ਇਹ ਤੁਹਾਨੂੰ ਫੋਲੋ ਕਰਨੀਆਂ ਪੈਣਗੀਆਂ, ਫਿਰ ਤੁਸੀਂ ਮਤਲਬ ਇੱਕ ਖਾਲਸਾ ਦਾ ਰੂਪ ਧਾਰਨ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਇਹ 5 ਕਕਾਰਾਂ ਬਾਰੇ ਵੀ ਬਹੁਤ ਪੁੱਛਿਆ ਜਾਂਦਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਪੇਪਰ ਦੇ ਵਿੱਚ ਬਹੁਤ ਵਾਰ ਇਹ ਕੁਐਸਚਨ ਆਇਆ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਪੁਆਇੰਟ ਹੈ ਉਹ ਸਲੋਗਨ, ਮਤਲਬ ਇੱਕ ਨਾਅਰਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵੀ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ। ਇਹ ਮਤਲਬ ਇਹ ਨਾਅਰਾ ਕਦੋਂ ਬੋਲਿਆ ਜਾਂਦਾ? ਜਦੋਂ 2 ਸਿੱਖ ਆਪਸ ਦੇ ਵਿੱਚ ਮਿਲਦੇ ਨੇ ਤਾਂ ਉਹ ਇੱਕ ਦੂਸਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਸੰਬੋਧਿਤ ਕਰਦੇ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੋਇਆ। ਇਹਨਾਂ ਦਾ ਮਹਾਨ ਵਰਕ ਹੈ, ਠੀਕ ਹੈ ਜੀ। ਤਾਂ ਇੱਕ ਮਤਲਬ ਰਚਨਾ ਇਹਨਾਂ ਦੀ ਬਹੁਤ ਇੰਪੋਰਟੈਂਟ ਹੈ, ਜਿਵੇਂ ਕਿ ਦਸਮ ਗ੍ਰੰਥ, ਠੀਕ ਹੈ ਜੀ। ਦਸਮ ਗ੍ਰੰਥ ਇਹਨਾਂ ਦੀ ਬਹੁਤ ਇੰਪੋਰਟੈਂਟ ਰਚਨਾ ਹੈ। ਤਾਂ ਸਾਰਾ ਮਤਲਬ ਜਿੰਨਾ ਵੀ ਲਿਟਰੇਰੀ ਵਰਕ ਹੈ ਇਹਨਾਂ ਦਾ, ਜਿੰਨੀਆਂ ਵੀ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰਬਾਣੀਆਂ ਨੇ, ਤਾਂ ਉਹ ਸਾਰੀਆਂ ਦਸਮ ਗ੍ਰੰਥ ਦੇ ਵਿੱਚ ਨੇ, ਠੀਕ ਹੈ ਜੀ। ਜਾਪ ਸਾਹਿਬ ਹੋ ਗਈ ਜਿਵੇਂ, ਠੀਕ ਹੈ ਜੀ। ਚੰਡੀ ਦੀ ਵਾਰ, ਜ਼ਫਰਨਾਮਾ ਇਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ। ਬਚਿੱਤਰ ਨਾਟਕ ਇਹਨਾਂ ਦੀ ਆਟੋਬਾਇਓਗ੍ਰਾਫੀ ਹੈ। ਅਤੇ ਅਕਾਲ ਉਸਤਤ ਅਤੇ ਸ਼ਸਤਰਨਾਮਾ ਮਾਲਾ, ਠੀਕ ਹੈ ਜੀ। ਇਹ ਇਹਨਾਂ ਦੀਆਂ ਰਚਨਾਵਾਂ ਨੇ। ਇੱਕ ਰਚਨਾ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਇਹ ਯਾਦ ਰੱਖਣੀ ਹੈ ਤੁਸੀਂ। ਅਗਲੀਆਂ ਇਹਨਾਂ ਦੀਆਂ ਲੜਾਈਆਂ ਨੇ, ਬੈਟਲਸ, ਠੀਕ ਹੈ ਜੀ। ਇਹਨਾਂ ਨੇ ਬਹੁਤ ਬੈਟਲਸ ਵੀ ਲੜੀਆਂ ਨੇ। ਇਹ ਬਹੁਤ ਤਕੜੇ ਸੋਲਜਰ ਵੀ ਰਹੇ ਨੇ, ਠੀਕ ਹੈ ਜੀ। ਇਹਨਾਂ ਨੂੰ ਹਰ ਇੱਕ ਚੀਜ਼ ਦੀ ਮੁਹਾਰਤ ਸੀ, ਤੀਰ ਅੰਦਾਜ਼ੀ, ਮਤਲਬ ਜਿੰਨੇ ਵੀ ਆਪਾਂ ਬੈਟਲਸ ਦੇ ਵਿੱਚ ਆਪਾਂ ਟੂਲਸ ਜਿਹੜੇ ਯੂਜ਼ ਕਰਦੇ ਹਾਂ, ਉਹ ਹਰ ਇੱਕ ਟੂਲ ਬਾਰੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਸੀ, ਚਲਾਉਣ ਦੀ ਪੂਰੀ ਮੁਹਾਰਤ ਇਹਨਾਂ ਨੂੰ ਹਾਸਲ ਸੀ, ਠੀਕ ਹੈ ਜੀ। ਤਾਂ ਬੈਟਲਸ ਉਹਨਾਂ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ। ਇੱਕ ਤਾਂ ਪ੍ਰੀ ਖਾਲਸਾ ਬੈਟਲ, ਠੀਕ ਹੈ। ਪ੍ਰੀ ਖਾਲਸਾ ਮਤਲਬ ਜਦੋਂ ਖਾਲਸਾ ਪੰਥ ਦੀ ਸਾਜਨਾ ਹਜੇ ਹੋਈ ਨਹੀਂ ਸੀ, ਉਸ ਤੋਂ ਪਹਿਲਾਂ ਵਾਲੀਆਂ, ਠੀਕ ਹੈ ਜੀ। ਤਾਂ ਉਹ ਇਹ 2 ਬੈਟਲ ਨੇ, ਇਹ ਤੁਸੀਂ ਯਾਦ ਰੱਖਿਓ। ਭੰਗਾਣੀ ਦੀ 1688 ਦੇ ਵਿੱਚ ਅਤੇ ਬੈਟਲ ਆਫ ਨਦੌਣ 1690 ਦੇ ਵਿੱਚ। ਤਾਂ ਇਹ 2 ਲੜਾਈਆਂ ਇਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਲੜੀਆਂ ਨੇ, 1688 'ਚ ਭੰਗਾਣੀ ਅਤੇ 1690 'ਚ ਨਦੌਣ ਦੀ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਪੁਆਇੰਟ ਹੈ ਪੋਸਟ ਖਾਲਸਾ ਬੈਟਲ, ਜਦੋਂ ਖਾਲਸਾ ਪੰਥ ਦੀ ਸਾਜਨਾ ਹੋ ਚੁੱਕੀ ਸੀ ਉਸ ਤੋਂ ਬਾਅਦ ਵੀ ਲੜਾਈਆਂ ਹੋਈਆਂ ਨੇ। ਤਾਂ ਉਹ ਕਿਹੜੀਆਂ ਉਹ ਵੀ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ। ਬੈਟਲ ਆਫ ਆਨੰਦਪੁਰ, ਪਹਿਲੀ ਲੜਾਈ ਇਹ 1701 'ਚ ਹੋਈ ਸੀ, ਅਤੇ ਆਨੰਦਪੁਰ ਦੀ ਦੂਜੀ ਲੜਾਈ 1704 'ਚ ਹੋਈ ਸੀ, ਠੀਕ ਹੈ ਜੀ। ਤਾਂ ਇਹ 2 ਲੜਾਈਆਂ ਹੋਈਆਂ ਨੇ। ਅਤੇ ਚਮਕੌਰ ਦੀ ਲੜਾਈ, ਜਿਹਦੇ ਵਿੱਚ ਆਪਣੇ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ ਸੀ, ਠੀਕ ਹੈ ਜੀ, 1704 'ਚ ਹੋਈ ਸੀ, ਬੈਟਲ ਆਫ ਚਮਕੌਰ। ਅਤੇ ਬੈਟਲ ਆਫ ਖਿਦਰਾਣਾ ਹੋਈ ਸੀ ਜਿਹੜੀ 1705 'ਚ ਹੋਈ ਸੀ, ਠੀਕ ਹੈ ਜੀ। ਇਹ ਤੁਸੀਂ ਇੱਕ ਲੜਾਈ ਇਹਨਾਂ ਦੀ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ, ਪੁੱਛੀਆਂ ਜਾਂਦੀਆਂ ਨੇ ਪੇਪਰ ਦੇ ਵਿੱਚ ਵਾਰ-ਵਾਰ, ਠੀਕ ਹੈ ਜੀ। ਤਾਂ ਹੁਣ ਆਪਾਂ ਇਹਨਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ ਜਿੰਨੇ ਵੀ MCQ ਨੂੰ ਆਪਾਂ ਕਵਰ ਕਰਦੇ ਹਾਂ, ਠੀਕ ਹੈ ਜੀ। ਜਿਹੜੇ ਆਪਣੇ MCQ ਹੁੰਦੇ ਨੇ ਉਹ ਸਲਾਈਡ ਤੋਂ ਵੱਖਰੇ ਵੀ ਹੁੰਦੇ ਨੇ, ਅਤੇ ਜਿਹੜੇ ਫੈਕਟ ਤੁਹਾਡੇ ਰਹਿ ਜਾਂਦੇ ਨੇ ਉਹ ਆਪਾਂ MCQ ਦੀ ਫਾਰਮ ਦੇ ਵਿੱਚ ਹੀ ਕਵਰ ਕਰਦੇ ਹਾਂ ਫਿਰ। ਤਾਂ ਕਿਹੜੇ ਗੁਰੂ ਸਾਹਿਬਾਨ ਜੀ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ? ਵਿਚ ਗੁਰੂ ਸਾਹਿਬ ਇਜ਼ ਕਾਲਡ ਸਰਬੰਸਦਾਨੀ। ਤਾਂ ਇਹਨਾਂ ਬਾਰੇ ਮੈਂ ਤੁਹਾਨੂੰ ਦੱਸ ਕੇ ਆਇਆ ਪਹਿਲਾਂ ਵੀ।
ਗੁਰੂ ਗੋਬਿੰਦ ਸਿੰਘ ਜੀ। ਕਿਉਂ ਕਿਹਾ ਜਾਂਦਾ ਇਹਦੇ ਵਿੱਚ ਤੁਹਾਨੂੰ ਰੀਜ਼ਨ ਪਤਾ ਹੋਣਾ ਚਾਹੀਦਾ। ਸਰਬੰਸ ਹੁੰਦਾ ਸਭ ਕੁਛ, ਠੀਕ ਹੈ ਜੀ, ਸਾਰਾ ਪਰਿਵਾਰ। ਤਾਂ ਇਹਨਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ। ਆਪਣੇ 4 ਸਾਹਿਬਜ਼ਾਦੇ, ਆਪਣੇ ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਜੀ ਦਾ ਸੀਸ ਮਤਲਬ ਆਪਾਂ ਚਾਂਦਨੀ ਚੌਂਕ ਵਿਖੇ ਜਿਹੜਾ ਔਰੰਗਜ਼ੇਬ ਨੇ ਧੜ ਤੋਂ ਅਲੱਗ ਕਰਤਾ ਸੀ, ਠੀਕ ਹੈ ਜੀ, ਤਾਂ ਉਹਨਾਂ ਦੀ ਵੀ ਸ਼ਹੀਦੀ। ਮਤਲਬ ਦੇਖੋ ਤੁਸੀਂ, ਇਹਨਾਂ ਨੇ ਆਪਣੇ ਮਾਈਂਡ ਦੇ ਉੱਤੇ ਇਹਨਾਂ ਨੇ ਕੀ ਕੁਛ ਮਤਲਬ ਸਹਾਰਿਆ ਹੋਊਗਾ ਆਪਣੇ ਦਿਲ ਦੇ ਉੱਤੇ ਇਹਨਾਂ ਨੇ, ਠੀਕ ਹੈ ਜੀ। ਤਾਂ ਕਰਕੇ ਇਹ ਗੁਰੂ ਮੰਨੇ ਜਾਂਦੇ ਨੇ, ਕਿਉਂਕਿ ਇਹਨਾਂ ਦਾ ਮਤਲਬ ਜੋ ਦਿਲ ਸੀ ਬਹੁਤ ਵੱਡੇ ਇਹਨਾਂ ਦੇ ਦਿਲ ਸੀ, ਠੀਕ ਹੈ ਜੀ। ਇਹ ਮਤਲਬ ਸਾਕਸ਼ਾਤ ਜਿਹਨੂੰ ਆਪਾਂ ਕਹਿ ਦਿੰਦੇ ਕਿ ਪਰਮਾਤਮਾ ਸੀ, ਠੀਕ ਹੈ ਜੀ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਕੁਛ ਆਪਣੇ ਦਿਲ ਦੇ ਉੱਤੇ ਮਤਲਬ ਫੀਲ ਕੀਤਾ। ਤਾਂ ਸਰਬੰਸ ਕਿਹਦੇ ਲਈ ਵਾਰਿਆ? ਆਪਣੇ ਲਈ ਵਾਰਿਆ, ਠੀਕ ਹੈ ਜੀ। ਤਾਂ ਕਰਕੇ ਇਹਨਾਂ ਨੂੰ ਸਰਬੰਸਦਾਨੀ ਕਿਹਾ ਜਾਂਦਾ। ਸਰਬੰਸਦਾਨੀ ਦਾ ਰੁਤਬਾ ਦਿੱਤਾ ਜਾਂਦਾ। ਤਾਂ ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ, ਠੀਕ ਹੈ ਜੀ। ਤਾਂ ਇੱਕ ਫੈਕਟ ਜਿਹੜੇ ਵੀ ਮੈਂ ਤੁਹਾਨੂੰ ਕਲੀਅਰ ਕਰਵਾ ਕੇ ਆਇਆ ਉਹ ਤੁਸੀਂ ਜ਼ਰੂਰ ਯਾਦ ਕਰ ਲਿਓ। ਅਤੇ ਜਿਹੜਾ ਸੈਕਿੰਡ ਪਾਰਟ ਆਊ ਉਹਦੇ ਵਿੱਚ ਰਹਿੰਦੇ ਜਿਹੜੇ ਫੈਕਟ ਨੇ ਉਹ ਆਪਾਂ ਜਿਵੇਂ ਛੋਟੇ ਸਾਹਿਬਜ਼ਾਦਿਆਂ ਬਾਰੇ ਅਤੇ ਲੜਾਈਆਂ ਬਾਰੇ ਆਪਾਂ ਥੋੜ੍ਹਾ ਜਿਹਾ ਡਿਟੇਲ 'ਚ ਪੜ੍ਹਾਂਗੇ। ਤਾਂ ਉਹ ਹਰ ਇੱਕ ਫੈਕਟ ਤੁਹਾਡਾ ਆਪਾਂ ਕਲੀਅਰ ਕਰਵਾਉਣਾ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਨੰਬਰ 1 ਆਊਗਾ। ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਖਾਲਸਾ ਦੀ ਸਾਜਨਾ ਕਦੋਂ ਹੋਈ? ਵੈਨ ਵਾਜ਼ ਖਾਲਸਾ ਕ੍ਰੀਏਟਡ, ਠੀਕ ਹੈ ਜੀ। ਇਹ ਚੀਜ਼ਾਂ ਦੀ ਲੋੜ ਕਿਉਂ ਪਈ? ਕਿਉਂਕਿ ਜਿਹੜੇ ਆਪਣੇ ਮੁਗਲ ਸੀ ਉਹ ਆਪਣੇ ਨਾਲ ਧੱਕਾ ਬਹੁਤ ਕਰ ਰਹੇ ਸੀ, ਠੀਕ ਹੈ ਜੀ, ਆਪਣੇ 'ਤੇ ਬਹੁਤ ਜ਼ੁਲਮ ਕਰ ਰਹੇ ਸੀ। ਤਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਆਪਾਂ ਨੂੰ ਇੱਕ ਅਲੱਗ ਆਪਣੀ ਆਰਮੀ ਤਿਆਰ ਕਰਨੀ ਪਊ, ਆਪਣੀ ਇੱਕ ਦਿੱਖ ਹੋਣੀ ਚਾਹੀਦੀ ਹੈ, ਠੀਕ ਹੈ ਜੀ, ਆਪਣੀ ਇੱਕ ਪਹਿਚਾਣ ਹੋਣੀ ਚਾਹੀਦੀ ਹੈ। ਤਾਂ ਉਹ ਸਾਰੀ ਪਹਿਚਾਣ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ, ਠੀਕ ਹੈ ਜੀ। ਤਾਂ ਖਾਲਸਾ ਦੀ ਸਾਜਨਾ ਆਪਾਂ ਨੂੰ ਪਤਾ ਕਦੋਂ ਹੋਈ ਸੀ? 1699 ਦੇ ਵਿੱਚ। ਤਾਂ ਇਹ ਐਜ਼ ਇਟ ਇਜ਼ ਵੀ ਤੁਹਾਨੂੰ ਪੁੱਛਿਆ ਜਾ ਸਕਦਾ, ਜਿਵੇਂ ਕਿ 1799, 1400, 1500, ਠੀਕ ਹੈ। ਇੱਥੇ ਤੁਸੀਂ ਕਨਫਿਊਜ਼ ਨਾ ਹੋਇਓ। 1699 ਦੇ ਵਿੱਚ ਆਪਣੇ ਖਾਲਸਾ ਦੀ ਸਾਜਨਾ ਹੋਈ ਹੈ, ਠੀਕ ਹੈ ਜੀ। ਤਾਂ ਆਨਸਰ ਨੰਬਰ 1 ਆਊਗਾ। ਤਾਂ 30 ਮਾਰਚ ਐਗਜ਼ੈਕਟ ਡੇਟ ਹੈ, 30 ਮਾਰਚ 1699 ਐਟ ਅਨੰਦਪੁਰ ਸਾਹਿਬ, ਠੀਕ ਹੈ ਜੀ। ਅਨੰਦਪੁਰ ਸਾਹਿਬ ਵਿਖੇ ਵਿਸਾਖੀ ਵਾਲੇ ਦਿਨ ਖਾਲਸਾ ਦੀ ਸਾਜਨਾ ਕੀਤੀ ਗਈ। ਅਗਲਾ ਜਿਹੜਾ ਕੁਐਸਚਨ ਹੈ, ਅਕਾਲ ਉਸਤਤ ਕਿਹੜੇ ਗੁਰੂ ਸਾਹਿਬਾਨ ਦੀ ਰਚਨਾ ਹੈ? ਅਕਾਲ ਉਸਤਤ ਇਜ਼ ਅ ਵਰਕ ਆਫ ਵਿਚ ਗੁਰੂ ਸਾਹਿਬ? ਤਾਂ ਅਕਾਲ ਉਸਤਤ ਦੇ ਵਿੱਚ ਜਿਹੜੇ ਬੱਚੇ ਕਨਫਿਊਜ਼ ਹੁੰਦੇ ਨੇ ਉਹ ਹੁੰਦੇ ਨੇ ਗੁਰੂ ਨਾਨਕ ਦੇਵ ਜੀ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਤੁਸੀਂ ਕਨਫਿਊਜ਼ ਨਾ ਹੋਇਓ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਤਾਂ ਇਹ ਜਿਹੜੀ ਗੁਰਬਾਣੀ ਹੈ ਇਹ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ, ਠੀਕ ਹੈ ਜੀ। ਤਾਂ 10ਮ ਗ੍ਰੰਥ ਦੇ ਵਿੱਚ ਇਹ ਦਰਜ ਹੈ, ਅਕਾਲ ਉਸਤਤ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਠੀਕ ਹੈ ਜੀ। ਤਾਂ ਜਿੰਨੀਆਂ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਵਰਕ ਹੈ, ਗੁਰਬਾਣੀਆਂ ਨੇ, ਉਹ ਸਾਰੀਆਂ 10ਮ ਗ੍ਰੰਥ ਦੇ ਵਿੱਚ ਦਰਜ ਨੇ, ਠੀਕ ਹੈ ਜੀ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 1 ਗੁਰੂ ਗੋਬਿੰਦ ਸਿੰਘ ਜੀ। ਅਗਲਾ ਜਿਹੜਾ ਕੁਐਸਚਨ ਹੈ, ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਭੇਜਿਆ? ਜ਼ਫਰਨਾਮਾ ਰਿਟਨ ਬਾਏ ਗੁਰੂ ਗੋਬਿੰਦ ਸਿੰਘ ਜੀ, ਸੈਂਟ ਟੂ ਹੂਮ? ਜਹਾਂਗੀਰ, ਅਕਬਰ, ਔਰੰਗਜ਼ੇਬ ਜਾਂ ਬਹਾਦਰ ਸ਼ਾਹ ਟੂ? ਜਹਾਂਗੀਰ, ਅਕਬਰ, ਔਰੰਗਜ਼ੇਬ ਜਾਂ ਬਹਾਦਰ ਸ਼ਾਹ ਸੈਕਿੰਡ, ਜਿਹਨੂੰ ਆਪਾਂ ਬਹਾਦਰ ਸ਼ਾਹ ਜ਼ਫਰ ਵੀ ਕਹਿੰਦੇ ਹਾਂ। ਤਾਂ ਕਿਹਨੂੰ ਭੇਜਿਆ ਸੀ ਜ਼ਫਰਨਾਮਾ? ਇਹ ਭੇਜਿਆ ਸੀ ਔਰੰਗਜ਼ੇਬ ਨੂੰ, ਠੀਕ ਹੈ ਜੀ। ਇਹ ਕਿਉਂ ਭੇਜਿਆ ਸੀ? ਕਿਉਂਕਿ ਔਰੰਗਜ਼ੇਬ ਦੇ ਕਹਿਣੇ ਦੇ ਉੱਤੇ ਮਤਲਬ ਇਹਨਾਂ ਦੇ 4 ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਗਿਆ, ਠੀਕ ਹੈ ਜੀ। ਇਹਨਾਂ ਦੇ ਪਿਤਾ ਜੀ ਦਾ ਮਤਲਬ ਸ਼ਹੀਦੀ ਕਰਵਾਈ ਗਈ, ਔਰੰਗਜ਼ੇਬ ਨੇ ਕਰਵਾਈ, ਠੀਕ ਹੈ ਜੀ। ਤਾਂ ਸਾਰੇ ਪਰਿਵਾਰ ਦੀ ਮਤਲਬ ਇੱਕ ਸ਼ਹੀਦੀ ਹੋਈ। ਤਾਂ ਉੱਥੋਂ ਮਤਲਬ ਇਹਦੇ ਮਤਲਬ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਸੀ, ਇਹਨਾਂ ਦਾ ਮਾਈਂਡ ਸੀ ਜਿਹੜਾ ਮਤਲਬ ਇਹਨਾਂ ਨੇ ਇੱਕ ਸ਼ਬਦ ਦੇ ਮਾਧਿਅਮ ਦੇ ਨਾਲ, ਇੱਕ ਕਲਮ ਦੇ ਮਾਧਿਅਮ ਦੇ ਨਾਲ ਔਰੰਗਜ਼ੇਬ ਨੂੰ ਮਾਰਿਆ, ਠੀਕ ਹੈ ਜੀ। ਇਹਨਾਂ ਨੇ ਉਹਦੇ ਨਾਲ ਕੋਈ ਲੜਾਈ ਨਹੀਂ ਕੀਤੀ, ਕੁਛ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ, ਕਿਉਂਕਿ ਇਹ ਕਲਮ ਦੇ ਬਹੁਤ ਧਨੀ ਸੀ। ਇਹਨਾਂ ਨੂੰ ਹਰ ਇੱਕ ਭਾਸ਼ਾ 'ਤੇ ਇਹਨਾਂ ਦੀ ਬਹੁਤ ਪਕੜ ਸੀ ਅਤੇ ਇਹਨਾਂ ਕੋਲ ਇਹੋ ਜਿਹੇ ਲਫ਼ਜ਼ ਸੀ ਜਿਹਦੇ ਨਾਲ ਇਹ ਬੰਦੇ ਨੂੰ ਕੀਲ ਕੇ ਰੱਖ ਦਿੰਦੇ ਸੀ, ਠੀਕ ਹੈ ਜੀ। ਤਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਬਹੁਤ ਤਗੜੇ ਪੋਇਟ ਵੀ ਸੀ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਔਰੰਗਜ਼ੇਬ ਨੂੰ ਲਿਖਿਆ ਸੀ ਇਹਨਾਂ ਨੇ ਜ਼ਫਰਨਾਮਾ, ਅਤੇ ਔਰੰਗਜ਼ੇਬ ਇਹਨੂੰ ਪੜ੍ਹ ਕੇ ਮਤਲਬ ਪਾਗਲ ਹੋ ਗਿਆ ਸੀ ਅਤੇ 1707 ਦੇ ਵਿੱਚ ਇਹਦੀ ਡੈਥ ਹੋ ਗਈ ਸੀ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਨੰਬਰ 3 ਆਊਗਾ ਔਰੰਗਜ਼ੇਬ। ਕਿਹੜੀ ਲੈਂਗੁਏਜ? ਕਈ ਵਾਰੀ ਲੈਂਗੁਏਜ ਪੁੱਛੀ ਜਾ ਸਕਦੀ ਹੈ। ਤਾਂ ਉਹ ਹੈਗੀ ਹੈ ਪਰਜ਼ੀਅਨ, ਠੀਕ ਹੈ ਜੀ, ਫਾਰਸੀ ਭਾਸ਼ਾ। ਕਿਉਂਕਿ ਮੁਗਲ ਦਰਬਾਰ ਦੀ ਜਿਹੜੀ ਭਾਸ਼ਾ ਸੀਗੀ ਉਹ ਕਿਹੜੀ ਸੀਗੀ? ਫਾਰਸੀ ਸੀਗੀ, ਠੀਕ ਹੈ ਜੀ। ਤਾਂ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਸੀਗਾ ਜ਼ਫਰਨਾਮਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਦੇਖੋ ਤੁਸੀਂ, ਫਾਰਸੀ ਭਾਸ਼ਾ ਵੀ ਇਹਨਾਂ ਨੂੰ ਇੰਨੀ ਕੁ ਵਧੀਆ ਆਉਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ, ਇੰਨੀ ਕੁ ਇਹਨਾਂ ਦੀ ਪਕੜ ਸੀ ਕਿ ਇਹੋ ਜਿਹੇ ਲਫ਼ਜ਼ ਇਹਨਾਂ ਨੇ ਯੂਜ਼ ਕੀਤੇ ਕਿ ਔਰੰਗਜ਼ੇਬ ਨੂੰ ਅੰਦਰੋਂ ਹਿਲਾ ਕੇ ਰੱਖਤਾ ਸੀ, ਠੀਕ ਹੈ ਜੀ। ਤਾਂ ਪਰਜ਼ੀਅਨ ਲੈਂਗੁਏਜ ਦੇ ਵਿੱਚ। ਅਗਲਾ ਜਿਹੜਾ ਕੁਐਸਚਨ ਹੈ, ਬਚਿੱਤਰ ਨਾਟਕ ਕਿਹੜੇ ਗੁਰੂ ਸਾਹਿਬਾਨ ਜੀ ਦੀ ਆਤਮ ਕਥਾ ਹੈ? ਬਚਿੱਤਰ ਨਾਟਕ ਇਜ਼ ਆਟੋਬਾਇਓਗ੍ਰਾਫੀ ਆਫ ਵਿਚ ਸਿੱਖ ਗੁਰੂ? ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ? ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 1 ਆਊਗਾ ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਚਿੱਤਰ ਨਾਟਕ, ਠੀਕ ਹੈ ਜੀ, ਬਚਿੱਤਰ ਨਾਟਕ ਇਹਨਾਂ ਨੇ ਆਪਣੀ ਲਾਈਫ ਨੂੰ ਲੈ ਕੇ ਇੱਕ ਲਿਖਿਆ ਹੋਇਆ ਮਤਲਬ, ਠੀਕ ਹੈ। ਬਚਿੱਤਰ ਨਾਟਕ ਮਤਲਬ ਇਹ ਨਾਟਕ ਦੀ ਆਪਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਕੀ ਨਾਟਕ ਹੈ, ਜਿਹੜਾ ਇਹ ਦੁਨੀਆਦਾਰੀ ਹੈ ਇਹ ਕਿਹੋ ਜਿਹਾ ਨਾਟਕ ਹੈ।
ਵਚਿੱਤਰ ਹੈ ਇਹ, ਠੀਕ ਹੈ ਜੀ। ਇਹ ਦੇਖਣ ਦੇ ਵਿੱਚ ਇਹ ਵਚਿੱਤਰ ਹੈ ਜਿਹਨੂੰ ਆਪਾਂ ਸਮਝ ਨਹੀਂ ਸਕਦੇ। ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇਹਦੇ ਵਿੱਚ ਲਿਖਿਆ ਹੋਇਆ। ਇਹਦੇ ਵਿੱਚ ਵੀ ਮਤਲਬ ਇੱਕ ਪਰਮਾਤਮਾ ਦੀ ਇਹਨਾਂ ਨੇ ਉਸਤਤ ਕੀਤੀ ਹੋਈ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 1 ਗੁਰੂ ਗੋਬਿੰਦ ਸਿੰਘ ਜੀ। ਅਗਲਾ ਜਿਹੜਾ ਕੁਐਸਚਨ ਹੈ, ਦਿਲਰੂਬਾ ਸਾਜ਼ ਕਿਸ ਨੇ ਬਣਵਾਇਆ, ਠੀਕ ਹੈ ਜੀ। ਦਿਲਰੂਬਾ ਇੰਸਟਰੂਮੈਂਟ ਇਜ਼ ਮੇਡ ਬਾਏ ਹੂਮ? ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ। ਤਾਂ ਦਿਲਰੂਬਾ ਇੱਕ ਸਾਜ਼ ਬਣਵਾਇਆ ਸੀ, ਤਾਂ ਇਹ ਆਨਸਰ ਆਊਗਾ ਗੁਰੂ ਗੋਬਿੰਦ ਸਿੰਘ ਜੀ ਨੇ, ਠੀਕ ਹੈ ਜੀ। ਇੱਕ ਸਾਜ਼ ਪਹਿਲਾਂ ਆਪਣੇ 6ਵੇਂ ਗੁਰੂ ਸਾਹਿਬਾਨ ਨੇ ਬਣਾਇਆ ਸੀ, ਤਾਉਸ, ਠੀਕ ਹੈ ਜੀ। ਤਾਉਸ ਇੱਕ ਮੋਰ ਦੀ ਸ਼ੇਪ ਦਾ ਜਿਹੜਾ ਸੀਗਾ ਸਾਜ਼ ਸੀਗਾ, ਬਟ ਉਹ ਚੱਕਣ ਦੇ ਵਿੱਚ ਬਹੁਤ ਹੈਵੀ ਸੀ, ਤਾਂ ਕਰਕੇ ਉਹਨੂੰ ਮਤਲਬ ਮੋਡੀਫਾਈ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਾਜ਼ ਬਣਾਇਆ ਸੀ ਦਿਲਰੂਬਾ। ਇਹਦੇ ਬਾਰੇ ਬਹੁਤ ਵਾਰ ਕੁਐਸਚਨ ਆਇਆ ਹੋਇਆ, ਇਹ ਤੁਸੀਂ ਯਾਦ ਰੱਖਿਓ। ਤਾਂ ਸਾਰੇ ਕੁਐਸਚਨ ਆਪਣੇ ਮੋਡਰੇਟ ਲੈਵਲ ਦੀ ਨੇ, ਅਤੇ ਜਿੰਨੇ ਵੀ ਤੁਹਾਨੂੰ ਮੈਂ ਫੈਕਟ ਕਲੀਅਰ ਕਰਵਾ ਰਿਹਾ ਉਹ ਵੀ ਤੁਸੀਂ ਨਾਲ ਨਾਲ ਕਰਦੇ ਜਾਇਓ, ਠੀਕ ਹੈ ਜੀ, ਨੋਟ ਕਰਦੇ ਜਾਇਓ। ਅਗਲਾ ਜਿਹੜਾ ਕੁਐਸਚਨ ਹੈ, ਕਿਸ ਨੇ ਕਿਹਾ ਕਿ ਖਾਲਸਾ ਹੀ ਗੁਰੂ ਹੈ ਅਤੇ ਗੁਰੂ ਹੀ ਖਾਲਸਾ ਹੈ? ਹੂ ਸੈਡ ਦੀ ਖਾਲਸਾ ਗੁਰੂ ਐਂਡ ਗੁਰੂ ਹੈ ਖਾਲਸਾ? ਖਾਲਸਾ ਗੁਰੂ, ਗੁਰੂ ਹੈ ਖਾਲਸਾ, ਠੀਕ ਹੈ ਜੀ। ਇਹ ਇੱਕ ਟਰਮ ਹੈਗੀ ਕਿ ਜਿਹੜਾ ਆਪਾਂ ਖਾਲਸਾ ਜਿਹਦੀ ਸਾਜਨਾ ਕੀਤੀ ਹੈ ਇਹੀ ਗੁਰੂ ਹੈ, ਅਤੇ ਇਹੀ ਮਤਲਬ ਜਿਹੜਾ ਗੁਰੂ ਹੈ ਉਹੀ ਖਾਲਸਾ ਹੈ, ਠੀਕ ਹੈ ਜੀ। ਮਤਲਬ ਸੇਮ ਹੀ ਕੰਸੈਪਟ ਹੈ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇਹ ਮਤਲਬ ਆਪਾਂ ਨੂੰ ਟਰਮ ਦਿੱਤੀ ਸੀ ਕਿ ਖਾਲਸਾ ਹੀ ਗੁਰੂ ਹੈ ਅਤੇ ਗੁਰੂ ਹੀ ਖਾਲਸਾ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ ਗੁਰੂ ਗੋਬਿੰਦ ਸਿੰਘ ਜੀ। ਅਗਲਾ ਜਿਹੜਾ ਕੁਐਸਚਨ ਹੈ, ਖਾਲਸੇ ਦਾ ਜਨਮ ਕਿੱਥੇ ਹੋਇਆ? ਵੇਅਰ ਇਜ਼ ਖਾਲਸਾ ਬੋਰਨ? ਇਹੋ ਜਿਹੇ ਕੁਐਸਚਨ ਤੁਹਾਨੂੰ ਆ ਸਕਦੇ ਆ, ਠੀਕ ਹੈ ਜੀ। ਸ਼ਬਦਾਂ ਦਾ ਖੇਡ ਖੇਡਦੇ ਆ ਜਿਹੜੇ ਆਪਣਾ ਐਗਜ਼ਾਮੀਨਰ ਹੁੰਦਾ, ਠੀਕ ਹੈ ਜੀ। ਖਾਲਸੇ ਦਾ ਜਨਮ ਕਿੱਥੇ ਹੋਇਆ? ਖਾਲਸਾ ਪੰਥ ਦੀ ਸਾਜਨਾ ਸਿੰਪਲ ਵੇ 'ਚ ਵੀ ਉਹ ਕਹਿ ਸਕਦਾ ਸੀ, ਬਟ ਉਹਨੇ ਇੱਕ ਸ਼ਬਦਾਂ ਦੀ ਹੇਰ-ਫੇਰ ਆਪਣੇ ਨਾਲ ਕੀਤੀ ਹੈ। ਖਾਲਸੇ ਦਾ ਜਨਮ ਕਿੱਥੇ ਹੋਇਆ? ਵੇਅਰ ਇਜ਼ ਖਾਲਸਾ ਬੋਰਨ? ਜਦੋਂ ਆਪਾਂ ਕੁਐਸਚਨ ਪੜ੍ਹਦੇ ਹਾਂ ਤਾਂ ਥੋੜ੍ਹਾ ਜਿਹਾ ਆਪਣੇ ਮਾਈਂਡ ਦੇ ਵਿੱਚ ਇੱਕ ਵਾਰ ਆਪਾਂ ਕਨਫਿਊਜ਼ ਹੋ ਜਾਂਦੇ ਹਾਂ, ਠੀਕ ਹੈ ਜੀ। ਤਾਂ ਕੇਸ਼ਗੜ੍ਹ ਸਾਹਿਬ, ਆਨੰਦਗੜ੍ਹ ਸਾਹਿਬ, ਲੋਹਗੜ੍ਹ ਸਾਹਿਬ ਜਾਂ ਫਤਿਹਗੜ੍ਹ ਸਾਹਿਬ? ਇਹ ਕੁਐਸਚਨ ਤੁਸੀਂ ਪੱਕਾ ਗਲਤ ਕਰਕੇ ਆਓਗੇ ਜੇਕਰ ਤੁਸੀਂ ਨਹੀਂ ਪੜ੍ਹਿਆ, ਮਤਲਬ ਪੂਰੇ ਧਿਆਨ ਦੇ ਨਾਲ ਨਹੀਂ ਪੜ੍ਹਿਆ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ ਕੇਸ਼ਗੜ੍ਹ ਸਾਹਿਬ। ਆਪਣੇ ਇੱਕ ਗੁਰਦੁਆਰਾ ਸਾਹਿਬ ਹੈ ਅਨੰਦਪੁਰ ਸਾਹਿਬ ਵਿਖੇ, ਸ਼੍ਰੀ ਕੇਸ਼ਗੜ੍ਹ ਸਾਹਿਬ, ਤਖਤ ਸ਼੍ਰੀ ਕੇਸ਼ਗੜ੍ਹ। ਇਹ ਤਖਤ ਹੈ ਆਪਣਾ, ਇਹ ਤੁਸੀਂ ਯਾਦ ਰੱਖਣਾ। ਇਹ ਆਪਣਾ ਤਖਤ ਹੈ, ਜਿਹੜੇ ਆਪਣੇ 5 ਤਖਤ ਨੇ ਉਹਨਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਹੈਗਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਠੀਕ ਹੈ ਜੀ। ਤਾਂ ਇੱਥੇ ਮਤਲਬ ਖਾਲਸਾ ਪੰਥ ਦੀ ਸਾਜਨਾ ਹੋਈ ਸੀ। ਤਾਂ ਇੱਥੇ ਕਿਲ੍ਹੇ ਨੇ ਆਨੰਦਗੜ੍ਹ, ਲੋਹਗੜ੍ਹ, ਠੀਕ ਹੈ ਜੀ। ਤਾਂ ਇਹ ਤੁਸੀਂ ਯਾਦ ਰੱਖਣਾ। ਤਾਂ ਕੇਸਗੜ੍ਹ ਸਾਹਿਬ ਇਹਦਾ ਆਨਸਰ ਆਊਗਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਠੀਕ ਹੈ ਜੀ। ਇੱਥੇ ਖਾਲਸੇ ਦਾ ਜਨਮ ਹੋਇਆ ਸੀ। ਇਹ ਬਹੁਤ ਮੋਡਰੇਟ ਅਤੇ ਰੇਅਰ ਲੈਵਲ ਦੇ ਕੁਐਸਚਨ ਨੇ, ਇਹਨੂੰ ਚੰਗੀ ਤਰ੍ਹਾਂ ਤੁਸੀਂ ਅਟੈਂਪਟ ਕਰਿਓ। ਤਾਂ ਨੀਚੇ ਮੈਂ ਮੈਂਸ਼ਨ ਵੀ ਕੀਤਾ ਕਿ 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਹੋਈ ਸੀ, ਠੀਕ ਹੈ ਜੀ। ਅਗਲਾ ਜਿਹੜਾ ਕੁਐਸਚਨ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸ਼ਾਸਕ ਕੌਣ ਸੀ? ਇਹ ਵੀ ਤੁਹਾਨੂੰ ਇਹ ਕੁਐਸਚਨ ਤੁਹਾਨੂੰ ਪੱਕਾ ਆ ਸਕਦਾ, ਠੀਕ ਹੈ ਜੀ। ਤਾਂ ਇਹ ਬਹਾਦਰ ਸ਼ਾਹ ਜ਼ਫਰ ਅਤੇ ਔਰੰਗਜ਼ੇਬ, ਬੋਥ 2 ਐਂਡ 3 ਇਹਦਾ ਆਨਸਰ ਆਊਗਾ, ਠੀਕ ਹੈ ਜੀ। ਤਾਂ ਇਹ ਦੋਨੋਂ ਹੀ ਰਾਜੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸੀ, ਇਹ ਤੁਸੀਂ ਯਾਦ ਰੱਖਣਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਤਖਤ ਸ਼੍ਰੀ ਹਜ਼ੂਰ ਸਾਹਿਬ ਕਿਹੜੇ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ? ਤਖਤ ਸ਼੍ਰੀ ਹਜ਼ੂਰ ਸਾਹਿਬ ਰਿਲੇਟਡ ਟੂ ਵਿਚ ਸਿੱਖ ਗੁਰੂ? ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਜਾਂ ਗੁਰੂ ਨਾਨਕ ਦੇਵ ਜੀ? ਤੇ ਇਹਦਾ ਆਨਸਰ ਆਊਗਾ ਆਨਸਰ ਨੰਬਰ 1 ਗੁਰੂ ਗੋਬਿੰਦ ਸਿੰਘ ਜੀ, ਠੀਕ ਹੈ ਜੀ। ਤਾਂ ਕਿਉਂਕਿ ਇੱਥੇ ਹਜ਼ੂਰ ਸਾਹਿਬ ਮਤਲਬ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸੀ 1708 ਈਸਵੀ ਨੂੰ, ਕਿਉਂਕਿ 2 ਪਠਾਨ ਜਿਹੜੇ ਧੋਖੇ ਦੇ ਨਾਲ ਇਹਨਾਂ ਦੇ ਪੇਟ ਦੇ ਵਿੱਚ ਛੁਰਾ ਉਹਨਾਂ ਨੇ ਘੋਂਪ ਦਿੱਤਾ ਸੀ, ਅਤੇ ਜਿਹਦੇ ਕਾਰਨ 1708 ਈਸਵੀ ਦੇ ਵਿੱਚ ਗੁਰੂ ਜੀ ਜੋਤੀ ਜੋਤ ਸਮਾ ਗਏ ਸੀ, ਠੀਕ ਹੈ ਜੀ। ਤਾਂ ਇਹ ਆਪਣੇ 10 ਜਿਹੜੇ ਕੁਐਸਚਨ ਆ ਅੱਜ ਦੇ ਉਹ ਪੂਰੇ ਹੋ ਗਏ। ਅਤੇ ਅਗਲੀ ਇੱਕ ਆਪਾਂ ਹੋਰ ਸੀਰੀਜ਼ ਲੈ ਕੇ ਆਵਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ ਪਾਰਟ 2, ਠੀਕ ਹੈ ਜੀ। ਕਿਉਂਕਿ ਇੱਕ ਸੀਰੀਜ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਪੜ੍ਹਨਾ ਬਹੁਤ ਇੰਪੋਸੀਬਲ ਹੈ। ਦੂਸਰੀ ਸੀਰੀਜ਼ ਦੇ ਵਿੱਚ ਆਪਾਂ ਕਵਰ ਕਰਾਂਗੇ, ਠੀਕ ਹੈ ਜੀ, ਜਿੰਨੇ ਵੀ ਫੈਕਟ ਤੁਹਾਡੇ ਰਹਿ ਗਏ। ਤਾਂ ਵੀਡੀਓ ਨੂੰ 2-3 ਵਾਰ ਜ਼ਰੂਰ ਦੇਖ ਲਿਓ, ਕਿਉਂਕਿ ਤੁਹਾਡੀ ਰਿਵੀਜ਼ਨ ਵਧੀਆ ਹੋ ਜੂ, ਠੀਕ ਹੈ ਜੀ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੇਕਰ ਤੁਹਾਨੂੰ ਚੰਗੀਆਂ ਲੱਗਦੀਆਂ ਨੇ। ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ ਅਤੇ ਕੰਮ ਕਰਨ ਦਾ ਹੌਸਲਾ ਮਿਲਦਾ, ਠੀਕ ਹੈ ਜੀ। ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਤਾਂ ਅੱਜ ਦੀ ਵੀਡੀਓ ਤਾਂ ਆਪਾਂ ਇੱਥੇ ਹੀ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।